ਧੰਨ ਵਾਹਿਗੁਰੂ ਜੀਓ। ਗੌੜੀ ਕਬੀਰ ਜੀ ਕਤ ਨਹੀਂ ਠੌਰ, ਮੂਲ ਕਤ ਲਾਵੋਂ। ਖੋਜਤ ਤਨ ਮਹਿ ਠੌਰ ਨ ਪਾਵੋਂ। ਲਾਗੀ ਹੋਇ ਸੋ ਜਾਣੈ ਪੀਰ, ਰਾਮ ਭਗਤ ਅਨਿਆਲੇ ਤੀਰ। ਰਹਾਉ ਏਕ ਭਾਏ ਦੇਖੋ ਸਭ ਨਾਰੀ, ਕਿਆ ਜਾਨੋ ਸ਼ਹਿ ਕੌਣ ਪਿਆਰੀ। ਕਹੋ ਕਬੀਰ ਜਾ ਕੈ ਮਸਤਕ ਭਾਗ, ਸਭ ਪਰਹਰ ਤਾਕੋ ਮਿਲੈ ਸੁਹਾਗ। ਕਹੋ ਕਬੀਰ ਜਾ ਕੈ ਮਸਤਕ ਭਾਗ, ਸਭ ਪਰਹਰ ਤਾਕੋ ਮਿਲੈ ਸੁਹਾਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਅੱਜ ਦੇ ਇਹਨਾਂ ਵਿਸ਼ੇਸ਼ ਗੁਰਮਤਿ ਦੀਵਾਨਾਂ ਦੀ ਹਾਜ਼ਰੀ ਭਰਦਿਆਂ ਸਤਿਗੁਰੂ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਸੱਜ ਕੇ ਆਪ ਜੀ ਨੇ ਬੜੇ ਪ੍ਰੇਮ ਸਤਿਕਾਰ ਨਾਲ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਸਰਵਣ ਕਰਦਿਆਂ ਹੋਇਆਂ ਗੁਰੂ ਮਹਾਰਾਜ ਦੀ ਪਾਵਨ ਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਅੱਜ ਦੇ ਵਿਸ਼ੇਸ਼ ਗੁਰਮਤਿ ਸਮਾਗਮ ਸਰਦਾਰ ਗੁਰਪ੍ਰੀਤ ਸਿੰਘ ਜੀ ਤਿਨਾਂ ਦੇ ਸਮੂਹ ਪਰਿਵਾਰ ਵੱਲੋਂ ਮਹਾਰਾਜ ਦੀ ਸੇਵਾ ਕਰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ। ਗਰੀਬ ਨਵਾਜ ਸਤਿਗੁਰਾਂ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਦਾ ਆਪ ਜੀ ਨੇ ਲਾਹਾ ਭਾਈ ਸਾਹਿਬ ਜੀ ਪਾਸੋਂ ਪ੍ਰਾਪਤ ਕੀਤਾ ਹੈ। ਰੋਜ਼ਾਨਾ ਸ਼ਾਮ ਦੇ ਦੀਵਾਨਾਂ ਵਿੱਚ ਆਪਾਂ ਇਹ ਯਤਨ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚੋਂ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਰਾਗ ਗੌੜੀ ਦੇ ਵਿੱਚ ਜੋ ਸੁਭਾਈਮਾਨ ਨੇ, ਉਹਨਾਂ ਦੀ ਲੜੀਵਾਰ ਵਿਚਾਰ ਸਾਂਝਿਆਂ ਕਰਦਿਆਂ ਹੋਇਆਂ ਭਗਤ ਜੀ ਮਹਾਰਾਜ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕੀਤਾ ਜਾਵੇ। ਇਸੇ ਲੜੀ ਤਹਿਤ ਆਪ ਜੀ ਨੇ ਇਸ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ। ਸ਼ਬਦ ਦਾ ਸੰਖੇਪ ਸਿਰਲੇਖ ਹੈ ਗੌੜੀ ਕਬੀਰ ਜੀ। ਕਬੀਰ ਜੀ ਦਾ ਇਹ ਸ਼ਬਦ ਰਾਗ ਗੌੜੀ ਵਿੱਚ ਸੁਭਾਈਮਾਨ ਹੈ। 3 ਪਦਿਆਂ ਦਾ ਇਹ ਸ਼ਬਦ ਹੈ। ਕੁੱਲ 15 ਸ਼ਬਦ 3 ਪਦਿਆਂ ਦੇ ਆਉਂਦੇ ਹਨ। ਭਗਤ ਜੀ ਮਹਾਰਾਜ ਇਸ ਪਾਵਨ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਇੱਕ ਐਸੀ ਮਨੋ ਸਥਿਤੀ ਦਾ, ਜਾਂ ਇਉਂ ਕਹਿ ਲਓ ਇੱਕ ਐਸੀ ਮਨੋ ਅਵਸਥਾ ਦਾ ਜ਼ਿਕਰ ਕਰਦੇ ਹਨ ਜਿਹੜੀ ਪਰਮੇਸ਼ਰ ਦੇ ਪਿਆਰੇ ਦੇ ਉੱਤੇ ਹੀ ਲਾਜ਼ਮ ਹੈ।
ਇਹ ਸਥਿਤੀ ਆਮ ਸਧਾਰਨ ਮਨੁੱਖ ਦੀ ਸਮਝ ਗੋਚਰੀ ਵੀ ਨਹੀਂ। ਤੇ ਭਗਤ ਜੀ ਨੇ ਫਰਮਾਇਆ, ਜਿਸ ਨਾਲ ਇਹ ਵਾਪਰਦਾ ਹੈ ਉਸ ਗੱਲ ਨੂੰ ਉਹੀ ਜਾਣਦਾ ਹੈ। ਜਿਵੇਂ ਇੱਕ ਸੁਭਾਵਕ ਜੀ ਆਪਾਂ ਖੇਡ ਸਮਝੀਏ, ਸਾਨੂੰ ਕੋਈ ਤਕਲੀਫ ਹੋਵੇ ਤੇ ਜਿਹੜੀ ਪੀੜਾ ਜਾਂ ਜਿਹੜਾ ਦਰਦ ਅਸੀਂ ਮਹਿਸੂਸ ਕਰਦੇ ਹਾਂ, ਉਹ ਆਸੇ-ਪਾਸੇ ਵਾਲੇ ਉਵੇਂ ਉਹਨੂੰ ਫੀਲ ਨਹੀਂ ਕਰ ਸਕਦੇ ਜਿਵੇਂ ਅਸੀਂ ਫੀਲ ਕਰਦੇ ਹਾਂ। ਕਈ ਵਾਰ ਅਸੀਂ ਤਕਲੀਫ ਵਿੱਚ ਹੁੰਦੇ ਹਾਂ ਤੇ ਦੂਸਰਾ ਬੰਦਾ, ਦੂਸਰਾ ਵੇਖਣ ਵਾਲਾ ਸ਼ਖਸ ਉਹਨੂੰ ਬਹੁਤ ਹਲਕੇ ਵਿੱਚ ਲੈਂਦਾ ਤੇ ਅਸੀਂ ਉਹਨੂੰ ਕਹਿੰਦੇ ਹਾਂ, ਤੂੰ ਨਹੀਂ ਜਾਣਦਾ ਮੈਂ ਇਸ ਵੇਲੇ ਕਿਹੜੀ ਅਵਸਥਾ ਵਿੱਚ ਹਾਂ, ਕਿਹੜੀ ਸਥਿਤੀ ਵਿੱਚ ਹਾਂ, ਕਿੰਨਾ ਦਰਦ ਜਾਂ ਕਿੰਨੀ ਪੀੜਾ ਮਹਿਸੂਸ ਕਰ ਰਿਹਾ, ਇਹ ਮੈਂ ਹੀ ਜਾਣਦਾ, ਕਿਉਂਕਿ ਮੇਰੇ ਤੇ ਵਾਪਰ ਰਹੀ ਹੈ, ਮੇਰੇ ਤੇ ਹੰਡ ਰਹੀ ਹੈ। ਭਗਤ ਜੀ ਨੇ ਬੋਲ ਕਿਸ ਸੰਦਰਭ ਵਿੱਚ ਕਹੇ ਨੇ, ਕਿਸ ਕੰਟੈਕਸਟ ਵਿੱਚ ਕਹੇ ਨੇ, ਇਹਨਾਂ ਨੂੰ ਸਮਝਣ ਦਾ ਆਪਾਂ ਯਤਨ ਕਰਨਾ ਹੈ। ਇਸ ਸ਼ਬਦ ਵਿੱਚੋਂ ਉੱਭਰ ਕੇ ਜਿਹੜਾ ਨੁਕਤਾ ਸਾਡੇ ਸਾਹਮਣੇ ਆਉਂਦਾ, ਕਿਉਂਕਿ ਆਪਾਂ ਲੜੀਵਾਰ ਸ਼ਬਦ ਵਿਚਾਰ ਰਹੇ ਹਾਂ ਤੇ ਹਰ ਸ਼ਬਦ ਵਿੱਚ ਕੁਝ ਨਾ ਕੁਝ ਨਵਾਂ ਹੈ। ਪਰਮੇਸ਼ਰ ਵਾਹਿਗੁਰੂ ਦੇ, ਰੱਬ ਦੇ ਰਾਹ ਦੇ ਉੱਤੇ ਸ਼ਿੱਦਤ ਨਾਲ ਉਦੋਂ ਤੁਰਿਆ ਜਾਂਦਾ ਹੈ ਜਦੋਂ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋ ਜਾਏ। ਗੁਰਬਾਣੀ ਕਹਿੰਦੀ ਹੈ ਵੀ ਤੁਹਾਡਾ ਵਿਛੋੜਾ ਜਾਂ ਤੁਸੀਂ ਕਿਸੇ ਕਰਮ ਕਰਕੇ ਵਿਛੜ ਚੁੱਕੇ ਹੋ। ਸਭ ਤੋਂ ਪਹਿਲੀ ਸਥਿਤੀ ਆਉਂਦੀ ਹੈ ਜਦੋਂ ਸਾਡੇ ਅੰਦਰ ਇਹ ਭਾਵ ਪੈਦਾ ਹੋ ਜਾਂਦਾ ਹੈ, ਤੇ ਉਹ ਹੈ ਸਾਨੂੰ ਇੱਕ ਪੀੜਾ ਮਹਿਸੂਸ ਹੁੰਦੀ ਹੈ, ਦਰਦ ਮਹਿਸੂਸ ਹੁੰਦਾ ਹੈ ਵਿਛੋੜੇ ਦਾ। ਬਾਬਾ ਸ਼ੇਖ ਫਰੀਦ ਸਾਹਿਬ, ਜਿਨ੍ਹਾਂ ਦੇ ਪਾਵਨ ਸ਼ਲੋਕਾਂ ਦੇ ਵਿੱਚ ਉਹਨਾਂ ਨੇ ਜਾਂ ਅਕਾਲ ਪੁਰਖ ਵਾਹਿਗੁਰੂ ਨੂੰ ਇੰਨਾ ਉੱਚਾ ਰੁਤਬਾ ਦਿੱਤਾ ਹੈ ਤੇ ਜਾਂ ਉਹਨਾਂ ਨੇ ਬਿਰਹੇ ਵਿਛੋੜੇ ਨੂੰ ਇੰਨਾ ਉੱਚਾ ਰੁਤਬਾ ਦਿੱਤਾ ਹੈ। ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ। ਸੁਲਤਾਨ ਆਪਾਂ ਉਹਨੂੰ ਕਹਿੰਦੇ ਜਿਹੜਾ ਤਖਤੋ ਸਿੰਘਾਸਨ ਦਾ ਮਾਲਕ ਹੋਵੇ, ਯਾਨੀ ਕਿ ਬਹੁਤ ਉੱਚੇ ਰੁਤਬੇ ਵਾਲਾ। ਉਹ ਕਹਿੰਦੇ ਨੇ, ਹੇ ਵਿਛੋੜੇ, ਹੇ ਬਿਰਹੇ, ਤੂੰ ਤੇ ਸੁਲਤਾਨ ਹੈ, ਤੇਰਾ ਰੁਤਬਾ ਬਹੁਤ ਉੱਚਾ ਹੈ। ਪਹਿਲੀ ਤੇ ਗੱਲ ਤੂੰ ਕਿਸੇ ਨੂੰ ਫੀਲ ਨਹੀਂ ਹੁੰਦਾ, ਜਿਹਨੂੰ ਤੂੰ ਫੀਲ ਹੋ ਜਾਏ ਉਹ ਫਿਰ ਵਾਹਿਗੁਰੂ ਦੇ, ਪਰਮੇਸ਼ਰ ਦੇ, ਅੱਲਾਹ ਤਾਲਾ ਦੇ ਮਿਲਾਪ ਤੋਂ ਬਿਨਾਂ ਰਹਿ ਨਹੀਂ ਸਕਦਾ। ਉਹਦਾ ਹਰ ਪਲ ਤੇ ਹਰ ਘੜੀ ਬੜੀ ਕਠਿਨਾਈ ਵਿੱਚ ਗੁਜ਼ਰਦਾ ਹੈ। ਤੂੰ ਉਹਨੂੰ ਚੋਭਾਂ ਲਾਉਂਦਾ ਰਹਿੰਦਾ ਵੀ ਤੂੰ ਵਿਛੜਿਆ ਹੋਇਆ ਹੈ, ਤੇ ਤੇਰਾ ਮਿਲਾਪ ਜਿੰਨਾ ਚਿਰ ਨਹੀਂ ਹੋਏਗਾ ਉਸ ਵਾਹਿਗੁਰੂ ਦੇ ਨਾਲ, ਉਹਨਾਂ ਚਿਰ ਜ਼ਿੰਦਗੀ ਵਿੱਚ ਤਸੱਲੀ ਨਹੀਂ ਹੋ ਸਕਦੀ, ਸੁੱਖ ਨਹੀਂ ਹੋ ਸਕਦਾ। ਮਹਾਰਾਜ ਦਾ ਇੱਕ ਵਾਕ ਆਪਾਂ ਬਾਣੀ ਦੇ ਵਿੱਚੋਂ ਪੜ੍ਹਦੇ ਹਾਂ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਿ ਅਸੀਂ ਵਿਛੜੇ ਕਿਸ ਗੁਨਾਹ ਕਾਰਨ। ਕਿਸੇ ਮਜ਼ਹਬ ਨੇ ਇਹ ਵੀ ਕਿਹਾ ਵੀ ਇਸ ਧਰਤੀ ਦੇ ਉੱਤੇ ਜਾਂ ਸਵਰਗ ਦੇ ਵਿੱਚ ਮਨੁੱਖ ਨੂੰ ਇੱਕ ਵਰਜਤ ਫਲ ਖਾਣ ਤੋਂ ਮਨਾਹੀ ਕੀਤੀ ਸੀ ਵੀ ਤੂੰ ਫਲ ਨਹੀਂ ਖਾਣਾ। ਜਦੋਂ ਹੀ ਉਸਨੇ ਇਸ ਹੁਕਮ ਦੀ ਉਲੰਘਣਾ ਕੀਤੀ ਤੇ ਉਹਨੂੰ ਧਰਤੀ ਤੇ ਧੱਕਾ ਦੇ ਦਿੱਤਾ ਗਿਆ ਵੀ ਜਾ, ਤੂੰ ਸਵਰਗ ਵਿੱਚ ਰਹਿਣ ਦੇ ਲਾਇਕ ਹੀ ਨਹੀਂ, ਯੋਗ ਹੀ ਨਹੀਂ। ਤੋ ਇਹ ਬਾਈਬਲ ਦੀ ਕਥਾ ਹੈ, ਈਸਾਈਅਤ ਵਿੱਚ ਬੜੀ ਮਕਬੂਲ ਹੈ। ਭਾਵ ਅਰਥ ਕੱਢਣ ਵਾਲੇ ਤੇ ਬਹੁਤ ਡੂੰਘੇ ਭਾਵ ਅਰਥ ਵੀ ਕੱਢਦੇ ਨੇ, ਪਰ ਆਪਾਂ ਮੁੱਖ ਰੂਪ ਵਿੱਚ ਇਸ ਕਥਾ ਨੂੰ ਵੇਖਦੇ ਹਾਂ ਵੀ ਮਨੁੱਖ ਦਾ ਵਾਸਾ ਸਵਰਗ ਵਿੱਚ ਸੀ। ਉਹਨੂੰ ਕਿਹਾ ਗਿਆ ਵੀ ਇਸ ਰੁੱਖ ਨਾਲੋਂ ਤੂੰ ਫਲ ਨਹੀਂ ਤੋੜ ਕੇ ਖਾ ਸਕਦਾ, ਤੈਨੂੰ ਮਨਾਹੀ ਹੈ, ਤੇ ਇਸ ਹੁਕਮ ਦੀ ਅਦੂਲੀ ਕਰੀ ਵੀ ਨਾ। ਜਦੋਂ ਹੀ ਉਹਨੇ ਹੁਕਮ ਦੀ ਅਦੂਲੀ ਕੀਤੀ ਤਾਂ ਸਮਝਿਆ ਗਿਆ ਵੀ ਇਸ ਲਾਇਕ ਨਹੀਂ ਵੀ ਇੱਥੇ ਰਵੇ, ਇਹਦੀ ਭੁੱਲ ਬਹੁਤ ਵੱਡੀ ਹੈ, ਖੁਦਾ ਦੇ ਹੁਕਮ ਦੀ ਉਲੰਘਣਾ ਕਰਨੀ। ਇਸ ਨੂੰ ਧੱਕਾ ਦਿੱਤਾ ਤੇ ਧਰਤੀ ਉੱਤੇ ਆ ਗਿਆ। ਯਾਨੀ ਕਿ ਉਹਦਾ ਜੋ ਕੇਂਦਰੀ ਭਾਵ ਸਾਰੀ ਕਥਾ ਦਾ। ਸ਼੍ਰੀ ਹਜ਼ੂਰ ਮਹਾਰਾਜ ਕਹਿੰਦੇ, ਨਹੀਂ, ਧਰਤੀ ਦੇ ਉੱਤੇ ਜਨਮ ਲੈਣਾ ਕੋਈ ਗੁਨਾਹੇ ਅਮਲ ਨਹੀਂ ਹੈ, ਇਹ ਕੋਈ ਸਜ਼ਾ ਨਹੀਂ ਹੈ, ਇਹ ਤੇ ਦੁਰਲੱਭ ਜੀਵਨ ਹੈ ਜਿਹੜਾ ਸਾਨੂੰ ਪ੍ਰਾਪਤ ਹੋਇਆ। ਅਸੀਂ ਉਸ ਵਾਹਿਗੁਰੂ ਦਾ ਮਿਲਾਪ ਵੀ ਇੱਥੇ ਹੀ ਕਰਨਾ ਹੈ ਤੇ ਉਸ ਵਾਹਿਗੁਰੂ ਤੋਂ ਵਿਛੜਦੇ ਵੀ ਇੱਥੇ ਹੀ ਹਾਂ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਹਜ਼ੂਰ ਨੇ ਕਿਤੇ ਬਾਣੀ ਵਿੱਚ ਨਹੀਂ ਲਿਖਿਆ ਵੀ ਮਨੁੱਖ ਇਸ ਧਰਤੀ ਦੇ ਉੱਤੇ ਸਜ਼ਾ ਭੋਗਣ ਵਾਸਤੇ ਹੈ। ਇੱਕ ਵੀ ਐਸੀ ਪੰਕਤੀ ਜਾਂ ਐਸਾ ਖਿਆਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕਿ ਅਸੀਂ ਇਸ ਧਰਤੀ ਤੇ ਸਜ਼ਾ ਭੋਗਣਾ ਹੈ। ਮਹਾਰਾਜ ਨੇ ਤੇ ਸਾਡੇ ਜੀਵਨ ਨੂੰ ਬੜਾ ਦੁਰਲੱਭ ਲਿਖਿਆ।
बड़ा कीमती लिखिया ते सानू जाच सिखाई भी असी इहदी कदर करिए, इहदा शुकराना करिए उस वाहिगुरू अकाल पुरख दे हजूर भी वाहिगुरू तेरा शुक्र है तू मैनू ये जीवन दान बख्शिया है, ये देही बख्शी है, ये श्वास बख्शे हैं। जियो पाए पिंड जिन साजिया दिता पहनन खाण। तो हजूर ने तो बाणी दे अंदर सानू शुकराने भाव विच विचरण लिखिया, ये नहीं कहा भी असी अकाल पुरख ते गिला करिए भी तू इस धरती ते सानू काहनू पैदा कीता, तू साथों साडे कोलों ऐसे किहड़े गुनाह होए सन भी तू सानू इस धरती दे उत्ते पैदा कर दिता। नहीं, महाराज ने आख्या उहदी पैदा कीती संसार दी हर शै ही यूनीक है, भावें पशु ने, पंछी ने, रुख ने, मनुख ने, पहाड़ ने, नदी, हर चीज़ ही सानू लगता है भी दूजी जिहड़ी चीज़ है वो सज़ा भोगण धरती दे उत्ते आई। नहीं, जो सज़ा भोगदी हुंदी तो अपनी सज़ा कटवाउण वास्ते किसी भी आरे की धार थले जाके खलो जाती भी मैनू वढ़ दिओ, मैनू मार दिओ, मैं बचना चाहुंदी, मैं मरना चाहुंदी। कोई संसार का जीव ऐसा है जिहड़ा मरन लई तैयार? कोई है संसार का ऐसा जीव? विग्यानियों ने तो इत्थों तक खोजियां ने कहा भी जदों असीं किसी रुख नूं भी वढ़दे हां तो उन्होंने भी पीड़ा का एहसास हुंदा है, यानी कि हर शै जिहड़ी है कुदरत विच वो जीवत है, वो फील करती है। पशु पंछी कीड़े मकौड़े हर चीज़ ही फील करती है, हर चीज़ ही यूनीक है, उन्हां दी भी उस तरह की लाइफ है, उन्हां दा भी अपना एक जीवन पद्धर है, मनुख का भी है। तो मनुख इस धरती से कोई सज़ा भोगण नहीं आया, ये वाहिगुरू की रहमत बख्शिश के नाल मनुखा जीवन सानू हासिल होया है। उहदी रहमत जिन्ना चिर साडे उत्ते रह गई असीं इस जीवन नूं माणदे हां, पर इस जीवन नाल कोई जुड़ियां चीज़ां ने भी वो परमेशर साडे अंतर आत्मे वजूद विच हुंदियां होइयां भी सानू भुल क्यों जांदा है, विसर क्यों जांदा है। ये धर्म का बड़ा अहम विशा रहा है सदियां तो भी जो है साडे अंदर ते सानू भुलदा क्यों है। जो साडे अंदर है तो असीं उस वाहिगुरू तो दूर क्यों होने। ये ऐसा विषय जिहदी बहुत लंबी चौड़ी एक्सप्लेनेशन जिहड़ी है वो मजहबां ने दी, धर्म ग्रंथां ने दी। फिर ये नाल एक होर नुकता भी जे जिहड़ा वो गैप है, जिहड़ी वो दूरी है, उन्हों मिटाउण दा साधन की वरत्या जाए, तरीका की है। उस तरीके दे उत्ते तां बहुत भारी भरकम पुस्तकां ही लिख दित्तियां, वखरे वखरे कल्ट चल पे, वखरे वखरे मार्ग हो गए, हर एक ने अपनी अपनी जुगत नूं दुनिया विच सब तो सही दस्सिया। हजूर ने बेसिक चीज़ नूं छोया, उन्हें कहा भी विछड़े ही क्यों आ। पहलों तो ये जानो, जिस दिन सानू ये समझ पै जाएगी भी विछोड़ा किस कारण होया है, उस कारण नूं दूर करके मिलाप हासिल किया जा सकता भी। इत्थे तक कहानी ही ये चल रही है भी उदों मिलण वास्ते जुगत किहड़ी अपनाई जाए तो जुगतां वाले सैकड़े ही फिरदे ने। तुसीं एक बंदे नूं जुगत पुछ लो, चार तुहानूं आपे दस्सण आ जाणगे। मनुख नूं जिन्ना चिर बेसिक मसला समझ विच नहीं आउंदा भी विछोड़े दा रीजन की है, कारण की है, उन्ना चिर मनुख उहदे मिलाप वास्ते जो भी यतन करेगा वो कर्मकांडी ही करेगा, हठ कर लेगा, बखावे कर लेगा। तो हजूर ने उहदा कारण की दस्सिया, बड़ी सौखी पंक्ति आप रोज़ पढ़ते हैं, चंगियाइयां बुरियाइयां वाचा धर्म हदूर करमी आपो अपनी के नेड़े। फिर करमी नूं गुरु अर्जन साहब इनू किरत कर्म के विछड़े कर कृपा मिलो राम इस पंक्ति नाल डिफाइन करते हैं। किरत कर्म के विछड़े कीते हुए कर्मा करके तेरे नालों विछोड़ा पिया। ते कर्म कला फिजिकली नहीं भी तुसी शरीर नाल कुछ कर लिया वो कर्म है, नहीं कर्म दा जिहड़ा मूल है, समझिए कर्म दा जिहड़ा बेस है वो है साडा माइंड, साडा मन। हर कर्म की जड़ जिहड़ी मन च लगी हुई। मैं वो कुछ बोलिया जो मेरे मन च भरिया गया, मैं वो कुछ कर रहा जो मेरे मन च भरिया गया, जो मेरे अंदर की बनतर है उस तरह का ही मेरा व्यवहार है, उस तरह का ही मेरा करैक्टर है, उस तरह का ही मेरा किरदार है। असल मेरा रूप किसी भी मनुख का रूप वही है जो उहदे मन च है। बाहरों तो आप कई बार मैं अगे भी ये बेनती की है भी
ਕਿਸੇ ਜਗ੍ਹਾ ਤੇ ਜਾ ਕੇ ਉਹੋ ਜਿਹੇ ਲੋਕਾਂ ਨੂੰ ਜਦੋਂ ਅਸੀਂ ਦੇਖਦੇ ਹਾਂ ਤੇ ਅਸੀਂ ਜਦੋਂ ਫੀਲ ਕਰਦੇ ਹਾਂ ਨਾ ਵੀ ਇੱਥੇ ਐਡਜਸਟਮੈਂਟ ਹੋਣੀ ਬਹੁਤ ਔਖੀ, ਕਿਉਂਕਿ ਇਹ ਹੋਰ ਤਰ੍ਹਾਂ ਦੇ ਲੋਕ ਨੇ, ਮੈਂ ਹੋਰ ਤਰ੍ਹਾਂ ਦਾ, ਤੇ ਕਈ ਵਾਰ ਮਜਬੂਰੀ ਵੀ ਬਣ ਜਾਂਦੀ ਹੈ ਵੀ ਅਸੀਂ ਉਹੋ ਜਿਹੇ ਬਣ ਜਾਈਏ, ਹਾਲ ਦੀ ਘੜੀ ਆਪਣਾ ਕੰਮ ਕੱਢਣ ਲਈ ਜਾਂ ਥੋੜ੍ਹਾ ਸਮਾਂ ਕੱਢਣਾ ਉਹੋ ਜਿਹੇ ਹੋ ਜਾਓ। ਉਹ ਕੇਵਲ ਵਕਤੀ ਚੀਜ਼ ਹੁੰਦੀ ਹੈ, ਅਸੀਂ ਉਹ ਨਹੀਂ ਹੁੰਦੇ ਜੋ ਵਿਖਾ ਰਹੇ ਹਾਂ। ਅਸਲ ਵਿੱਚ ਸਾਡੀ ਲਾਈਫ ਉਹ ਹੁੰਦੀ ਹੈ, ਸਾਡਾ ਜੀਵਨ ਢੰਗ ਉਹ ਹੁੰਦਾ ਜੋ ਸਾਡੇ ਅੰਦਰ ਭਰਿਆ ਜਾ ਚੁੱਕਿਆ, ਜਿਹੋ ਜਿਹੇ ਸਾਡੇ ਮਨ ਦੀ ਬਣਤਰ ਹੈ, ਅਸਲ ਕਰੈਕਟਰ ਸਾਡਾ ਉਹ ਹੈ। ਉਹ ਉਦੋਂ ਜ਼ਾਹਰ ਹੁੰਦਾ ਜਦੋਂ ਕੋਈ ਪ੍ਰੈਸ਼ਰ ਨਾ ਹੋਵੇ, ਜਦੋਂ ਕੋਈ ਦਬਾਅ ਨਾ ਹੋਵੇ, ਜਦੋਂ ਅਸੀਂ ਕੋਈ ਵਿਖਾਵਾ ਨਾ ਕਰਨਾ, ਉਦੋਂ ਅਸੀਂ, ਸਾਡਾ ਅਸਲ ਕਰੈਕਟਰ ਤੇ ਉਹ ਹੈ। ਅਸੀਂ ਤੇ ਬਾਹਰ ਕੇਵਲ ਮੂੰਹ ਲਿਹਾਜ਼ ਪਾਲਦੇ ਹਾਂ ਦੁਨੀਆ ਦੇ ਨਾਲ। ਜਿਹੋ ਜਿਹਾ ਮਨੁੱਖ ਹੈ ਉਹ ਜਿਹੇ ਹੋ ਜਾਓ। ਅਸੀਂ ਇੱਕ ਦੂਜੇ ਦੇ ਮੂੰਹ ਲਿਹਾਜ਼ ਪਾਲਦਿਆਂ ਹੋਇਆਂ ਉਹ ਚੀਜ਼ ਨੂੰ ਸ਼ੋ ਅਪ ਨਹੀਂ ਕਰਦੇ ਜੋ ਹਾਂ ਅਸੀਂ। ਤੋ ਗੁਰੂ ਸਾਹਿਬ ਜੀ ਨੇ ਕਿਹਾ ਵੀ ਸਾਡੇ ਕਰਮ ਦਾ ਜਿਹੜਾ ਬੇਸ ਹੈ ਉਹ ਕੀ ਹੈ? ਮਨ। ਜਿਹੋ ਜਿਹੇ ਫੁਰਨੇ ਨੇ ਉਹੋ ਜਿਹਾ ਕਰਮ, ਜੈਸੀ ਮਨਸ਼ਾ ਤੈਸੀ ਦਸ਼ਾ। ਉਹੋ ਜਿਹੀ ਸਾਡੇ ਆਲੇ ਦੁਆਲੇ এনवायरमेंट ਉਹੋ ਜਿਹਾ ਬਣਿਆ ਰਹਿੰਦਾ ਹੈ। ਜਿਹੋ ਜਿਹਾ ਅਸੀਂ ਅੰਦਰੋਂ ਫੀਲ ਕਰਦੇ ਹਾਂ, ਜਿਹੋ ਜਿਹੇ ਅਸੀਂ ਅੰਦਰੋਂ ਹੁੰਦੇ, ਉਹੋ ਜਿਹਾ ਹੀ ਸਾਨੂੰ ਸੰਸਾਰ ਦਿਸਦਾ, ਉਹੋ ਜਿਹੇ ਲੋਕ ਦਿਸਦੇ ਨੇ। ਸਾਡਾ ਵੇਖਣ ਦਾ ਢੰਗ ਵੀ ਉਹੋ ਜਿਹਾ ਹੀ ਹੁੰਦਾ ਹੈ। ਉਹ ਕੁਝ ਅਸੀਂ ਸੁਣਨਾ ਚਾਹੁੰਦੇ ਹਾਂ, ਉਹ ਕੁਝ ਹੀ ਪੜ੍ਹਨਾ ਚਾਹੁੰਦੇ ਹਾਂ, ਉਹੋ ਜਿਹੇ ਲੋਕਾਂ 'ਚ ਹੀ ਰਹਿਣਾ ਚਾਹੁੰਦੇ ਹਾਂ, ਉਸੇ ਤਰ੍ਹਾਂ ਦਾ ਅਸੀਂ ਰਿਐਕਟ ਕਰਦੇ ਹਾਂ ਜੋ ਕੁਝ ਸਾਡੇ ਅੰਦਰ ਹੈ। ਤੋ ਸਤਿਗੁਰੂ ਮਹਾਰਾਜ ਇਸੇ ਨੂੰ ਬਾਣੀ ਦੇ ਵਿੱਚ ਕਹਿੰਦੇ ਨੇ ਵੀ ਕਰਮ ਹੀ ਵਿਛੋੜੇ ਦਾ ਕਾਰਨ ਹੈ ਤੇ ਕਰਮ ਹੀ ਮਿਲਾਪ ਦਾ ਸਾਧਨ ਬਣੇਗਾ। ਇੱਕ ਆਮ ਉਦਾਹਰਣ ਦੇਣਾ, ਆਪਾਂ ਸਾਰੇ ਪਰਿਵਾਰਾਂ ਵਾਲੇ, ਸਮਾਜ ਵਿੱਚ ਰਹਿਣ ਵਾਲੇ ਲੋਕ ਹਾਂ। ਕਿਸੇ ਮਨੁੱਖ ਨਾਲ ਜਿਹੜੀ ਗੱਲ, ਮੰਨ ਲਓ ਮੇਰੇ ਕਿਸੇ ਮਿੱਤਰ ਨੂੰ ਮੇਰੀ ਕੋਈ ਆਦਤ ਪਸੰਦ ਨਹੀਂ ਤੇ ਉਹ ਕਹਿੰਦਾ ਵੀ ਮੈਂ ਤੇਰੇ ਨਾਲ ਵਰਤ ਨਹੀਂ ਸਕਦਾ, ਤੇਰੀ ਆਦਤ ਬੜੀ ਭੈੜੀ ਹੈ, ਜੇ ਤੂੰ ਇਹਨੂੰ ਛੱਡ ਦੇਂਗਾ ਤੇ ਠੀਕ ਹੈ, ਤੂੰ ਇਹਨੂੰ ਛੱਡਣਾ ਨਹੀਂ, ਮੈਂ ਇਸ ਨੂੰ ਲਾਇਕ ਨਹੀਂ ਕਰਦਾ। ਹੁਣ ਸਾਡੇ ਤੋੜ ਵਿਛੋੜੇ ਦਾ ਰੀਜ਼ਨ ਕੀ ਹੈ? ਮੇਰੀ ਇੱਕ ਆਦਤ ਜਾਂ ਉਹਦੀ ਇੱਕ ਆਦਤ। ਮੈਂ ਉਸ ਆਦਤ ਤੋਂ ਬਿਨਾਂ ਰਹਿ ਨਹੀਂ ਸਕਦਾ ਤੇ ਉਹਨੂੰ ਬਰਦਾਸ਼ਤ ਕਰ ਨਹੀਂ ਸਕਦਾ। ਗੈਪ ਵੱਧ ਜਾਏਗਾ, ਦੂਰੀ ਬਣ ਜਾਏਗੀ। ਹੁਣ ਜੇ ਮੈਂ ਸੋਚਾਂ ਕਿ ਸਾਡੀ ਸਾਂਝ ਕਿਵੇਂ ਬਣ ਸਕਦੀ ਹੈ, ਦੋ ਹੀ ਤਰੀਕੇ ਨੇ, ਜਾਂ ਤਾਂ ਮੈਂ ਆਦਤ ਛੱਡ ਦਿਆਂ ਤੇ ਜਾਂ ਉਹ ਬਰਦਾਸ਼ਤ ਕਰਨ ਦਾ ਮਾਦਾ ਪੈਦਾ ਕਰ ਲਵੇ। ਉਹ ਬਰਦਾਸ਼ਤ ਕਰਨਾ ਨਹੀਂ ਚਾਹੁੰਦਾ, ਮੈਂ ਆਦਤ ਬਦਲਣਾ ਨਹੀਂ ਚਾਹੁੰਦਾ, ਸਾਂਝ ਟੁੱਟ ਜਾਂਦੀ। ਤੇ ਇੱਕੋ ਹੀ ਹੱਲ ਹੈ ਵੀ ਉਹ ਜਾਂ ਤਾਂ ਉਹ ਬਰਦਾਸ਼ਤ ਕਰੇ ਤੇ ਜਾਂ ਮੈਂ ਆਦਤ ਬਦਲਾਂ। ਤਾਂ ਪਹਿਲ, ਜਿਹੜਾ ਵੀ ਮਨੁੱਖ ਸਾਂਝ ਬਣਾਉਣੀ ਚਾਹੁੰਦਾ ਉਹਨੂੰ ਪਹਿਲ ਕੀ ਕਰਨੀ ਪਏਗੀ? ਹੁਣ ਇਕੱਲਾ ਇਹੀ ਸੋਚਣਾ ਵੀ ਉਹੀ ਬਰਦਾਸ਼ਤ ਕਰਦਾ ਰਹੇ, ਇਹਦਾ ਮਤਲਬ ਤਾਂ ਇਹ ਹੈ ਵੀ ਮੈਂ ਉਹਨੂੰ ਤਕਲੀਫ ਦੇ ਕੇ ਹੀ ਖੁਸ਼ ਹਾਂ। ਫਿਰ ਮਿੱਤਰਾਚਾਰੀ ਕਾਹਦੀ ਹੋਈ, ਸਾਂਝ ਕਾਹਦੀ ਹੋਈ? ਇਹਦਾ ਮਤਲਬ ਮੈਂ ਸਵਾਰਥੀ ਹੋਇਆ ਨਾ, ਵੀ ਉਹ ਮੈਨੂੰ ਬਰਦਾਸ਼ਤ ਕਰਦਾ ਰਹੇ ਪਰ ਮੈਂ ਚੇਂਜ ਨਹੀਂ ਹੋਣਾ, ਮੈਂ ਬਦਲੀ, ਆਪਣੇ ਜੀਵਨ ਨੂੰ ਮੈਂ ਨਹੀਂ ਬਦਲਣਾ, ਉਹ ਸਹਿਣ ਕਰੇ। ਇਹਦਾ ਮਤਲਬ ਹੈ ਮੈਂ ਉਹਦੇ ਨਾਲ ਰਿਲੇਸ਼ਨ ਵੀ ਰੱਖਣਾ ਹੈ ਪਰ ਉਸ ਬੰਦੇ ਨੂੰ ਸਜ਼ਾ ਵੀ ਪੂਰੀ ਦੇਣੀ। ਉਹ ਇੱਕ ਲਿਮਟ ਵਿੱਚ ਬਰਦਾਸ਼ਤ ਕਰ ਸਕਦਾ ਹੈ ਉਦੋਂ ਤੱਕ ਜਦੋਂ ਤੱਕ ਮੇਰੀ ਆਦਤ ਬਦਲ ਨਹੀਂ ਜਾਂਦੀ। ਉਹ ਕਿਸੇ ਮੌਕੇ ਤੇ ਬਰਦਾਸ਼ਤ ਕਰ ਸਕਦਾ ਹੈ, ਸਹਿਣ ਕਰ ਸਕਦਾ ਹੈ, ਪਰ ਜੇ ਮੇਰੇ ਅੰਦਰ ਵੀ ਉਸ ਸਾਂਝ ਦੇ ਪ੍ਰਤੀ ਜ਼ਰਾ ਜਿਹੀ ਇਮਾਨਦਾਰੀ ਹੈ ਨਾ, ਤਾਂ ਮੈਨੂੰ ਇਹ ਚਾਹੀਦਾ ਵੀ ਉਹਨੇ ਵਿਚਾਰੇ ਨੇ ਬਹੁਤ ਸਹਿਣ ਕੀਤਾ ਤੇ ਬੜਾ ਕੁਝ ਕਰ ਰਿਹਾ। ਹੁਣ ਮੇਰੀ ਜ਼ਿੰਮੇਵਾਰੀ ਹੈ ਵੀ ਮੈਂ ਆਪਣਾ ਇਹ ਸੁਭਾਅ ਬਦਲ ਲਵਾਂ ਤਾਂ ਕਿ ਉਹਨੂੰ ਹੋਰ ਤਸੀਹਾ ਨਾ ਮਿਲੇ, ਹੋਰ ਤਕਲੀਫ ਨਾ ਹੋਵੇ, ਹੋਰ ਦੁੱਖ ਨਾ ਝੱਲਣਾ ਪਵੇ ਮੇਰੀ ਵਜ੍ਹਾ ਕਰਕੇ। ਤੋ ਜਿਹੜੀ ਚੀਜ਼ ਰੁਕਾਵਟ ਬਣਦੀ ਹੈ ਕਿਸੇ ਸਾਂਝ, ਜਦੋਂ ਉਸ ਰੁਕਾਵਟ ਨੂੰ ਤੁਸੀਂ ਹਟਾ ਦਿੰਦੇ ਹੋ ਤੇ ਸਾਂਝ ਪੱਕੀ ਹੋ ਜਾਂਦੀ। ਜਿਹੜਾ ਕਰਮ ਮੇਰੇ ਤੇ ਪਰਮੇਸ਼ਰ ਦੇ ਦਰਮਿਆਨ ਵਿਛੋੜੇ ਦਾ ਕਾਰਨ ਹੈ, ਜਦੋਂ ਉਸ ਕਾਰਨ, ਉਸ ਰੀਜ਼ਨ ਨੂੰ ਤੁਸੀਂ ਬਾਹਰ ਕੱਢ ਦਿੱਤਾ, ਹਟਾ ਦਿੱਤਾ, ਤਾਂ ਹਜ਼ੂਰ ਨੇ ਕਿਹਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਮਿਹਨਤ ਬੁਰਾਈ ਕਰਨ ਵਾਲਾ ਵੀ ਕਰਦਾ ਹੈ, ਇਹ ਨਹੀਂ ਵੀ ਬੁਰਾਈ ਆਪਣੇ ਆਪ ਹੋ ਜਾਂਦੀ, ਘਾਲਣਾ ਉਹਨੂੰ ਵੀ ਘਾਲਣੀ ਪੈਂਦੀ ਹੈ। ਉਹਨੂੰ ਵੀ ਬਹੁਤ ਭੂਮੀਏ ਚੋਰ ਦੀ ਅਸੀਂ ਸਾਖੀ ਪੜ੍ਹਦੇ ਹਾਂ। ਹਜ਼ੂਰ ਮਹਾਰਾਜ ਉਸ ਨੂੰ ਕੀ ਫਰਮਾਉਂਦੇ ਸਨ ਕਿ ਤੇਰੇ ਅੰਦਰ ਜੀਆਂ ਦੇ ਪ੍ਰਤੀ ਦਇਆ ਤੇ ਤਰਸ ਨਹੀਂ ਹੈ। ਹਜ਼ੂਰ ਮਹਾਰਾਜ ਦੀ ਪਲ ਭਰ ਦੀ ਸੋਭਤ ਨੇ ਉਹਦੇ ਜੀਵਨ ਨੂੰ ਬਦਲ ਦਿੱਤਾ।
ਹੁਣ ਕੀ ਭੂਮੀਆ ਚੋਰ ਮਿਹਨਤ ਨਹੀਂ ਕਰਦਾ? ਇਹ ਕੋਈ ਨਿੱਕੀ ਮਿਹਨਤ ਨਹੀਂ ਹੁੰਦੀ। ਰਿਸਕ ਲੈ ਕੇ ਕਿਸੇ ਮਨੁੱਖ ਦੇ ਘਰ ਵਿੱਚ ਜਾਣਾ, ਚੋਰੀ ਕਰਨੀ, ਸਾਫ਼ ਗੋਈ ਨਾਲ ਉਹਦੇ ਘਰ ਵਿੱਚੋਂ ਨਿਕਲਣਾ, ਜਾਨ ਦਾ ਜੋਖਮ ਹੈ। ਅਗਲਾ ਕੰਧ ਟੱਪਦਿਆਂ ਇੱਟ ਮਾਰੇ ਸਿਰ 'ਚ ਮਾਰ ਕੇ ਸੁੱਟਦਾ। ਤੁਸੀਂ ਕਿਸੇ ਦੇ ਘਰ ਦਾਖਲ ਹੋ ਰਹੇ ਹੋ, ਚੀਜ਼ ਚੁੱਕਣ, ਜਾਨ ਤਲੀ ਤੇ ਰੱਖ ਕੇ ਬੰਦਾ ਚੋਰੀ ਕਰ ਲਿਆ। ਰਿਸਕ ਕਿੱਡਾ ਵੱਡਾ ਹੈ ਜ਼ਿੰਦਗੀ ਦਾ। ਮਿਹਨਤ ਪੂਰੀ ਹੈ, ਦਿਮਾਗ ਵੀ ਅਗਲਾ ਪਲੈਨਿੰਗ ਵੀ ਤਾਂ ਕਰਦਾ ਹੀ ਹੋਏਗਾ ਨਾ, ਵੀ ਮੈਂ ਕਦੋਂ ਜਾਵਾਂ, ਕਦੋਂ ਇਹ ਬੰਦੇ, ਪੂਰੀ ਰੇਕੀ ਕਰਦਾ। ਹੁਣ ਦਿਮਾਗ ਆ ਤੇ ਕਰਦਾ ਹੈ ਨਾ, ਇਹਦਾ ਮਤਲਬ ਦਿਮਾਗ ਤੇ ਚੱਲਦਾ ਹੈ ਨਾ, ਬੁੱਧੀਹੀਣ ਤੇ ਨਹੀਂ ਬੰਦਾ। ਇੰਨੀ ਉਹਨੂੰ ਸੈਂਸ ਹੈ ਵੀ ਮੈਂ ਆਪਣਾ ਬਚਾਅ ਕਿਵੇਂ ਕਰਨਾ ਹੈ ਤੇ ਕਿਹੜਾ ਮੌਕਾ ਹੈ ਤੇ ਚੀਜ਼ ਕਿੱਥੇ ਹੋ ਸਕਦੀ ਹੈ। ਦਿਮਾਗ ਲੜਾਏ ਬਿਨਾਂ ਤੇ ਚੋਰੀ ਵੀ ਨਹੀਂ ਹੋ ਸਕਦੀ ਨਾ। ਰਿਸਕ ਲਏ ਬਿਨਾਂ ਫੜੇ ਜਾਣ ਦਾ ਡਰ ਵੀ ਹੈ, ਜਾਨ ਦਾ ਖਤਰਾ ਵੀ ਹੈ, ਸਭ ਕੁਝ। ਸਜ਼ਾਵਾਂ ਦਾ ਮਾਹੌਲ ਵੀ ਬਣ, ਸਜ਼ਾ ਵੀ ਮਿਲ ਸਕਦੀ ਹੈ ਜੇ ਬੰਦਾ ਫੜਿਆ ਜਾਏ। ਹੁਣ ਪ੍ਰੋਬਲਮ ਬੰਦੇ ਦੇ ਟੀਚੇ ਵਿੱਚ ਹੈ, ਮਿਹਨਤ ਵਿੱਚ ਨਹੀਂ ਹੈ। ਮਿਹਨਤੀ ਤੇ ਉਹ ਵੀ ਹੈ, ਪਰ ਹਜ਼ੂਰ ਨੇ ਕਿਹਾ ਵੀ ਤੇਰੀ ਸਾਰੀ ਦੀ ਸਾਰੀ ਜਿਹੜੀ ਤਾਕਤ ਹੈ ਜੀਵਨ ਦੀ, ਸਰੀਰ ਦੀ, ਮਨ ਦੀ, ਉਹ ਕੁਰਾਹੇ ਪਈ ਹੋਈ, ਉਲਟੇ ਪਾਸੇ ਲੱਗੀ ਹੋਈ। ਮਿਹਨਤ ਘੱਟ ਨਹੀਂ ਹੈ ਭੂਮੀਏ ਦੀ, ਪਰ ਉਹਦੀ ਮਿਹਨਤ ਦਾ ਰਿਜ਼ਲਟ ਇਹ ਹੈ ਵੀ ਉਹ ਕਰਦਾ ਅਖੀਰ ਸਾਰੀ ਮਿਹਨਤ ਕਰਦਾ ਹੀ ਪਾਪ ਕਰਨ ਵਾਸਤੇ, ਪਾਪ ਦੇ ਖਾਤੇ ਵਿੱਚ ਜਾਂਦੀ। ਤੋ ਗਰੀਬ ਨਵਾਜ ਮਹਾਰਾਜ ਜਦੋਂ ਉਸ ਕਰਮ ਨੂੰ ਤਬਦੀਲ ਕਰ ਦਿੰਦੇ ਨੇ, ਇਹ ਨਹੀਂ ਵੀ ਭੂਮੀਆਂ ਹੱਥ ਤੇ ਹੱਥ ਧਰ ਕੇ ਬਹਿ ਜਾਂਦਾ ਹੈ, ਉਹਦੀ ਜ਼ਿੰਦਗੀ ਚੋਂ ਮਿਹਨਤ ਖਤਮ ਹੋ ਜਾਂਦੀ ਹੈ ਜਾਂ ਉਹ ਬੁੱਧੀਹੀਣ ਹੋ ਜਾਂਦਾ ਹੈ। ਨਹੀਂ, ਉਹਦੀ ਜ਼ਿੰਦਗੀ 'ਚ ਮਿਹਨਤ ਬਰਕਰਾਰ ਰਹਿੰਦੀ ਹੈ, ਪਰ ਹੁਣ ਉਹ ਕਿਸੇ ਦਾ ਬੁਰਾ ਨਹੀਂ ਕਰ ਸਕਦਾ, ਹੁਣ ਆਪਣੇ ਲਈ ਕਰਦਾ। ਘਾਲਣਾ ਘਾਲਦਾ ਹੈ, ਦਿਮਾਗ ਵੀ ਲੜਾਉਂਦਾ ਹੈ, ਸਰੀਰ ਵੀ ਭੰਨਦਾ ਹੈ, ਪਰ ਹੁਣ ਉਹ ਕਿਸੇ ਦਾ ਬੁਰਾ ਕਰਕੇ ਰੋਟੀ ਨਹੀਂ ਖਾਂਦਾ। ਉਹਦੀ ਬਿਰਤੀ ਬਦਲ ਗਈ, ਸੁਭਾਅ ਵਿੱਚ ਫਰਕ ਪੈ ਗਿਆ। ਜਿੰਨਾ ਅਸੀਂ ਮੰਦਾ ਬੋਲਣ ਦੀ ਪ੍ਰੈਕਟਿਸ ਕੀਤੀ ਹੈ, ਚੰਗਾ ਬੋਲਣ ਦੀ ਵੀ ਇੰਨੀ ਕਰਨੀ ਪੈਣੀ। ਜ਼ੋਰ ਓਨਾ ਹੀ ਲੱਗਣਾ ਹੈ, ਬੁੱਧੀ ਓਨੀ ਲੱਗਣੀ ਹੈ, ਪਰ ਫਰਕ ਕੇਵਲ ਇਹ ਪੈਣਾ ਵੀ ਸਾਡੇ ਰਸਤੇ ਵੱਖਰੇ ਵੱਖਰੇ ਹੋ ਜਾਣੇ। ਤੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਥੇ ਜਿਹੜਾ ਸ਼ਬਦ ਵਰਤਿਆ ਵੀ ਉਹਦਾ ਮਿਲਾਪ ਕਿਵੇਂ ਹਾਸਲ ਹੋਏ, ਉਹਦੇ ਲਈ ਹਜ਼ੂਰ ਨੇ ਕਿਹਾ ਵੀ ਜਿੰਨਾ ਚਿਰ ਸਾਨੂੰ ਉਹਦੇ ਵਿਛੋੜੇ ਦਾ ਅਹਿਸਾਸ ਨਹੀਂ ਹੁੰਦਾ, ਉਹਨਾਂ ਚਿਰ। ਭਗਤ ਕਬੀਰ ਜੀ ਮਹਾਰਾਜ ਨੇ ਇਸ ਮੁਬਾਰਕ ਸ਼ਬਦ ਵਿੱਚ ਲਿਖਿਆ ਹੈ, ਕਹਿੰਦੇ ਨੇ ਲਾਗੀ ਹੋਏ ਸੋ ਜਾਣੈ ਪੀਰ, ਰਾਮ ਭਗਤ ਅਨਿਆਲੇ ਤੀਰ। ਚੋਭ ਜਿਸਨੂੰ ਅਸੀਂ ਪੀੜਾ ਕਹਿੰਦੇ ਹਾਂ, ਇੱਕ ਦਰਦ ਕਹਿੰਦੇ ਹਾਂ ਵੀ ਸਾਡੇ ਅੰਦਰ ਹੈ। ਜਦੋਂ ਕੋਈ ਬੰਦਾ ਕੋਈ ਵੀ ਭਲਾ ਕੰਮ ਕਰਨ ਤੁਰਦਾ ਹੈ, ਇੱਕ ਚੇਤੇ 'ਚ ਰੱਖਿਓ, ਉਹਦੇ ਅੰਦਰ ਸਭ ਤੋਂ ਪਹਿਲਾਂ ਇੱਕ ਬੜੀ ਪਵਿੱਤਰ ਫੀਲਿੰਗ, ਭਾਵਨਾ ਪੈਦਾ ਹੁੰਦੀ। ਜਦੋਂ ਵੀ ਤੁਸੀਂ ਕੋਈ ਚੰਗਾ ਕੰਮ, ਮੰਨ ਲਓ ਘਰ ਵਿੱਚ ਗੁਟਕਾ ਸਾਹਿਬ ਪਿਆ, ਬਾਣੀ ਦਾ ਪੋਥੀ ਸਾਹਿਬ ਪਈ ਹੈ, ਤੁਹਾਡੇ ਅੰਦਰ ਜਦੋਂ ਖਿਆਲ ਪੈਦਾ ਹੁੰਦਾ ਨਾ ਵੀ ਮੈਂ ਤਾਂ ਕਦੀ ਮਹਾਰਾਜ ਦੀ ਬਾਣੀ ਦੇ ਦਰਸ਼ਨ ਹੀ ਨਹੀਂ ਕੀਤੇ, ਮੈਨੂੰ ਕਰਨੇ ਚਾਹੀਦੇ ਨੇ, ਉਹ ਜਿਹੜੀ ਫੀਲਿੰਗ ਤੁਹਾਡੇ ਅੰਦਰ ਉੱਠਦੀ ਹੈ ਨਾ, ਉਸ ਵੇਲੇ ਉਹਦਾ ਕੋਈ ਤੋੜ ਨਹੀਂ ਹੁੰਦਾ। ਉਹ ਸਭ ਤੋਂ ਪਵਿੱਤਰ ਭਾਵਨਾ ਹੁੰਦੀ ਜਿਹੜੀ ਉਸ ਵੇਲੇ ਪੈਦਾ ਹੁੰਦੀ। ਫਿਰ ਤੁਸੀਂ ਕੀ ਕਰਦੇ ਹੋ? ਉਦਮ। ਤੁਹਾਡੇ ਅੰਦਰ ਦੀ ਉਸ ਫੀਲਿੰਗ ਨੇ ਤੁਹਾਨੂੰ ਕਿਹਾ ਵੀ ਸਮਾਂ ਵੀ ਕੱਢ। ਤੁਸੀਂ ਆਪਣਾ ਸਮਾਂ ਕੁਰਬਾਨ ਕਰਦੇ ਹੋ, ਤੁਸੀਂ ਬੈਠਦੇ ਹੋ, ਨਹੀਂ ਬੈਠਿਆ ਜਾਂਦਾ ਤਾਂ ਵੀ ਤਕਲੀਫ ਚੱਲਦੇ ਹੋ, ਤੁਸੀਂ ਆਪਣਾ ਸਾਰਾ ਧਿਆਨ ਫਿਰ ਉਸ ਬਾਣੀ ਨੂੰ ਪੜ੍ਹਨ ਉੱਤੇ ਕੇਂਦਰਿਤ ਕਰਦੇ ਹੋ। ਜੇ ਉਹਦੇ ਵਿੱਚੋਂ ਕੋਈ ਉਪਦੇਸ਼ ਮਨ ਵਿੱਚ ਵਸ ਜਾਏ ਤੇ ਉਹ ਫਿਰ ਗਾਹੇ ਬਗਾਈ ਜ਼ਿੰਦਗੀ ਦਾ ਹਿੱਸਾ ਬਣ ਕੇ ਉਹ ਵਿਹਾਰ ਵਿੱਚ ਬਦਲ ਜਾਂਦਾ ਹੈ, ਤੇ ਹੌਲੀ ਹੌਲੀ ਅਸੀਂ ਉਹਦਾ ਅਭਿਆਸ ਤੇ ਪ੍ਰੈਕਟਿਸ ਕਰਦੇ ਹਾਂ। ਕਈ ਵਾਰ ਉਹ ਸਾਰੀ ਜ਼ਿੰਦਗੀ ਨੂੰ ਹੀ ਬਦਲ ਸੁੱਟਦਾ ਹੈ। ਪਰ ਕਹਾਣੀ ਕਿੱਥੋਂ ਸ਼ੁਰੂ ਹੋਈ? ਇੱਕ ਪਵਿੱਤਰ ਭਾਵਨਾ ਤੋਂ, ਇੱਕ ਉਤਸੁਕਤਾ ਤੋਂ। ਹੁਣ ਜੇ ਬੰਦਾ ਆ ਕੇ ਮੈਨੂੰ ਸਮਾਂ ਵੀ ਨਾ ਕੱਢਣਾ ਪਏ, ਮੈਨੂੰ ਬੈਠਣਾ ਵੀ ਨਾ ਪਏ, ਮੈਂ ਇੰਨੀ ਕੁਰਬਾਨੀ ਵੀ ਨਹੀਂ ਕਰ ਸਕਦਾ, ਇੰਨਾ ਤਿਆਗ ਵੀ ਮੇਰੇ 'ਚ ਨਹੀਂ ਹੈ, ਤਾਂ ਕਿਵੇਂ ਸਾਂਝ ਬਣੇਗੀ? ਕਿਸ ਤਰ੍ਹਾਂ ਸਾਂਝ ਬਣੇਗੀ? ਆਪਾਂ ਸਾਰੇ ਗ੍ਰਸਤੀਆਂ, ਜੇ ਆਪਾਂ ਕਹੀਏ ਵੀ ਅਸੀਂ ਕਿਸੇ ਨੂੰ, ਕਿਸੇ ਲਈ, ਕਿਸੇ ਨਾਲ ਗੱਲ ਕਰਨ ਲਈ, ਕਿਸੇ ਕੋਲ ਬੈਠਣ ਲਈ, ਕਿਸੇ ਦਾ ਦੁੱਖ ਸੁਣ ਲਈ, ਕਿਸੇ ਦੀ ਖੁਸ਼ੀ 'ਚ ਸ਼ਰੀਕ ਹੋਣ ਲਈ ਸਾਡੇ ਕੋਲ ਸਮਾਂ ਨਹੀਂ ਹੈ, ਤਾਂ ਰਿਸ਼ਤੇ ਦਾ ਅਰਥ ਕੀ ਰਹਿ ਗਿਆ? ਜੇ ਤੁਸੀਂ ਸਮੇਂ ਦੀ ਕੁਰਬਾਨੀ ਨਹੀਂ ਕਰ ਸਕਦੇ, ਜੇ ਤੁਸੀਂ ਅਗਲੇ ਦੀ ਗੱਲ ਨਹੀਂ ਸੁਣ ਸਕਦੇ, ਜੇ ਅਗਲੇ ਨਾਲ ਸਾਂਝ ਨਹੀਂ ਕਰ ਸਕਦੇ,
दुख ते सुख विच नहीं पहुँच सकते, जे किसी मनुख का हाल पुछण का भी तुहाडे कोल वक्त नहीं तो काहदी रिश्तेदारी। इसदा मतलब असी खुदगर्ज होए ना भी साडा समा लैस नहीं होना चाहिए, उन्होंने असी अपने टापर सांझ बनी रहे, इवें किवें हो सकता है? इसदा मतलब तुहाडे अंदर फीलिंग ही नहीं है, भावना ही नहीं है, महसूस करने की इच्छा ही नहीं है भी तुसी दूजे की खुशी महसूस करो, दूजे की तकलीफ को महसूस करो। जे वो फीलिंग नहीं तो रिश्ता नहीं बन सकता, उन्होंने निभाया नहीं जा सकता प्रॉपर ढंग नाल। तो महाराज इत्थे कहंदे ने इसे तरह वाहिगुरु अकाल पुरख के प्रति जिन्ना चिर खिच नहीं ना अंदर, जिसनों जग्यासा कह साचे नाम की लागै भूख, उत भूखै खाए चलिए दुख। पर वो जिहड़ी जग्यासा है वो तुहानूं तोरदी है, तुहानूं उस राह दे उत्ते तोरदी है। वो भुख, वो जग्यासा, वो सब तो कीमती वस्तु हुंदी है जिंदगी, सब तो अहम फीलिंग, सब तो उच्चे रुतबे वाली साडे अंदर जिहड़ी महसूस करन दी भावना, पवित्र एहसास, उन्हें तुहानूं टिकण नहीं देना। गुरु नानक साहब महाराज पटवारी दे पुत्र सन, पिता जी भी पटवारी, सौहरा भी पटवारी। जीजा भाईया जयराम बहुत वड्डी नौकरी उत्ते सन, ते खुद गुरु नानक साहब भी बड़ी वड्डी जॉब उत्ते लग गए, मोदी खाने। राय बुलार वर्गे अहम ते अमीर आदमी ते दौलत खां वर्गे हजूर दा आदर ते सत्कार करते सन। महाराज घर बैठे भी अपना सत्संग समागम रचाई रखते तो कोई वड्डी गल नहीं सी, पर हजूर अपने बच्चों नूं, पत्नी नूं, माँ बाप नूं, भैन नूं, भरावां, सारे रिश्तेदारां नूं छड्ड के, अपने सत संगियां नूं छड्ड के, इन्ने अहम लोकां नूं जिहड़े उन्हां दा आदर करते सन उन्हां नूं छड्ड के बिखड़े राहां ते तुर पए। किहड़ी चीज़ उन्हां नूं खिच लिजांदी रही? पहाड़ां वालों, जंगलां वालों, बियाबान, जान नूं खतरे च पाउण वाले राहां दे उत्ते अंदर एक जग्यासा, अंदर एक तलब जिहड़ी उन्हां नूं सदा चुभदी सी, जिसनों भाई गुरदास जी तो वध बाखूबी कोई बयान नहीं कर सकता। बाबा देखे ध्यान धर जलती सब पृथ्वी दे सियाई, बाजों गुरु गुबार है करदी सुनी लुकाई। बाबे भेख बनाया उदासी की रीत चलाई, चढ़िया सोधन धरत लुकाई। वो जो शब्द उन्हें वरत्या ना, है करदी सुनी लुकाई, उन्हें हजूर नूं बेचैन किया। शब्द तो बड़ा अटपटा लगता है सानू किसी महान शख्सियत लिए ऐसा शब्द, क्योंकि शब्द जिहड़ा असीं कई सानू लगता हुंदा है भी ये धार्मिक रब्बी प्यारे तो ठहराव विच हुंदे ने, वो आत्मक और मानसिक ठहराव विच हुंदे ने, फिजिकली बहुत बेचैन हुंदे। समझो इस गल, जंगलां पहाड़ां दा रस्ता तय करना बड़ी वड्डी बेचैनी है। नींदरा झागना, भुख झलनी, लोकां दीयां गल्लां सुननी बड़ी वड्डी बेचैनी दी निशानी। पर अंदर एक उन्होंने सुकून इस चीज़ चों मिलता है, मैं किसी का भला कर रहा, मैं किसी दे लई कदम पुट रहा, मैं किसी लई बोल रहा, मैं किसी लई यतन कर रहा, मेरे साह किसी के परोपकार लई लग रहे हैं। संतुष्टि इस गल दी है, पर ये लिए तुहानूं बेचैन होना पैना। आपां कमाई करते हैं, भुखे भी रहने हाँ, तकलीफ भी झलते हाँ, कई बार रोटी भी नहीं खाई दी, कई बार नींदरा भी झलना पैंदा है, कई बार लोगों दीयां गल्लां भी सुननियां पैंदियां। पर जदों तुहाडा परिवार जिन्हां लई तुसीं मेहनत कर रहे हो जदों वो खुश होण ते तुहानूं संतुष्टि मिलदी है ना, पर तुहानूं बेचैन भी तो होना पैंदा ना नाल। दोवें गल्लां ना। इसलिए हजूर महाराज कहते उस अकाल पुरख वाहिगुरू के राह के उत्ते चलण लई तरद्दद ते मुशक्कत है। कोई कह सकता है कबीर जी तुहानूं की लोड़ है, पर कबीर जी के अंदर की प्रेम दशा को कोई दूसरा एक्सप्लेन नहीं कर सकता। वो जो खुद जी रहे ने, हंडा रहे ने, वो खुद ही जानते। महाराज का एक वाक है बाणी के अंदर, हर दर्शन कहो मेरा मन बहु तपता है, ज्यों त्रिखावंत बिन नीर, मेरे मन प्रेम लगो हर तीर, हमरी बेदन हर प्रभ जानै, मेरे मन अंतर की पीर। गुरु रामदास साहब का एक वाक रोज पढ़ते, हर प्रेम बाणी मन मारिया, अणियाले अणिया राम राजे,
जिस लागी पीर पिरम की सो जाने जरिया। तो पातशाह जी फरमाउंदे ने जिस दे अंदर ये पीड़ा है वही जानदा है। राम भगत अनियाले तीर, वाहिगुरु अकाल पुरख की इबादत ते बंदगी का अणियाला, अणी वाला, अणी का मतलब होंदा तिखी धार वाला, तिखी अणी वाला जिहड़ा तीर है, जिस दे अंदर वाहिगुरु की इबादत का वो तीर जिहदे हिरदे नूं छूह गया है, उहदा जिहड़ा पवित्र प्रेम वाला दर्द है वो केवल वही मनुख जानदा है जिसने उस तीर की सट नूं सहन कीता है। तो रंभ दे वाक विच कहिंदे ने कत नहीं ठौर मूल कत लावों, खोजत तन मैं ठौर ना पाऊं। कहते ने विछोड़े का जदों सल उठता है अंदर भी अपने प्यारे तो दूर हाँ, वो मिलाप लिए कोई यतन करा, वो जिहड़ी अंदर पीड़ा ते वेदना पैदा होंदी ओहदी कोई दवाई नहीं संसार च, उस चीज़ की कोई दवाई नहीं। ते दवाई जे तुहानू कोई औखदी दे भी देवे तो उन्होंने लाओगे कित्थे, वो तुहाडी सुरत च है, पीड़ा तुहाडी सुरत विच है। साखीकार लिखते हैं जदों गुरु नानक साहब महाराज नूं वखालण वास्ते वैद नूं सद्दिया, ते वैद कोल कुछ ही चीज़ां होंदियां सन, पुराने लोग सन, अज वर्गे मैडिकली साधन नहीं सन भी किसी बंदे की प्रॉब्लम नूं इस तरह तजुर्बे के आधार पर जबान वेखी, अखां वेखियां, होर शरीर की जांच पड़ताल, भुख ते दा पुछया, नींद का पुछया, आख्या तुहानू गल की है, नब्ज भी टोई। वैद बुलाया वैद की पकड़ ढंडोले बांह, भोड़ा वैद ना जानाई। हजूर ने कहा भोड़ा वैद ना जानाई, करक करेजे माह। पीड़ा जिथे है ये वैद वो फड़ नहीं सकता, ये नब्ज टो सकता है, ये शरीर नूं टो रहा है, पीड़ा शरीर की है ही नहीं। हजूर तक किसी बहुत डूंगी सोच विच सन, हजूर की लंबी नज़र किसी होर पासे वाल सी। महाराज ने जिस वेले पुछया तुसी की, मैं हजूर ने आख्या वैद जी तुसी उस पीड़ा नूं लभ नहीं सकोगे, तुहानू वो मुश्किल नहीं लभेगी जिहड़ी है, तुसी शरीर नूं टोंदे हो, इत्थे मुश्किल कुछ होर है। मैं जदों आले दुआले की दशा वेखदा हाँ, लोकां नूं वेखदा हाँ, लग्यो आद को हौमै रोगू, जे ते महा दुखी सब लोगू। मैं जो मनुखता की दशा वेखदा हाँ तो मैं पीड़ा नाल भर जांदा। उस पीड़ा का तुहाडे कोल की इलाज, वो किहड़ी दवाई है जिहड़ी उस पीड़ नूं दूर कर सकती है? कोई नहीं है। तो उसे नूं महाराज कहंदे ने खोजत तन मैं ठौर ना ही शरीर विच ते वो जगह ही नहीं जिथे वो पीड़ उठदी है, वो ते सुरत विच विछोड़े दा सल। हजूर महाराज इस नूं फरमाउंदे ने एक पाए देखो सब नारी, क्या जानो शै कौन प्यारी। कहंदे वाहिगुरु अकाल पुरख दे प्रेम विछोड़े ते विछोड़े नूं दूर कर लई मैं हिरदे च जिहड़ा प्रेम वसाया, उन्हें मेरे अंदर इन्नी समानता पैदा की भी मैं रब दे सारे जीआं नूं एक समान वेना। मैं किसी नूं नीच नहीं कहंदा, किसी नूं बुरा नहीं आखदा। मैं मेरा मनना यह है, हजूर कहंदे ने बाणी च मेरा मनना यह है भी सारे ही उस वाहिगुरु दे बंदे हैं। जीव रूप इस्त्रियां सारियां ही उस वाहिगुरु दियां अपनियां। क्या जानो शै कौन, मैं दावा भी नहीं करता भी मैं रब दे ज्यादा नेड़े, तुसीं तां टुटे हो। कहंदे मैं नहीं ना, हो सकता है तुहानू दीदा ना होवे, क्या जानो शै कौन प्यारी। वाहिगुरु अकाल पुरख नूं किहड़ी जिंद प्यारी होवे, किहड़ा अंदरों वाहिगुरु दे नेड़े होवे, की पता। विखावा करन वाला बंदा जिन्हों वेख के दुनिया कहती है धर्मी है, इहदा लिबास आ है, जां उन्होंने वेख के दुनिया कह दे तो बड़ा रब रब करता होना, रब दे नेड़े होना, कोई जरूरी थोड़ा है। जिहदे तो तुहानू लगे ही ना, हो सकता है वो अंदर ज्यादा धर्म का वासा, वो ज्यादा रब दे नेड़े हो। तो असी हर चीज़ के कुछ पैरामीटर समाज में सैट किए ने भी किसी चीज़ को जांचण लई, पर साडे पैरामीटर भी साडे वांग ऊणे ने, छोटे ने। हजूर कहंदे मैं सारिਆਂ ਨੂੰ ਉਹਦੇ ਬੰਦੇ ਜਾਣਦਾ, ਤੇ मैं किसी ਨੂੰ ਇਹ नहीं कहता भी तू नीच है, तू नीवा है, तू घटिया है, तू रब दे नेड़े नहीं हो सकता। उन्हां विचों खौरे किहड़ा रब दे ज़्यादा नेड़े होवे। तो जिन्हां ने दुनिया 'च दावे बन्ने सन
ਵੀ ਸਾਡੇ ਵਾਲੀ ਜੁਗਤ ਮੁਤਾਬਕ ਚੱਲ ਕੇ ਕੋਈ ਰੱਬ ਦੇ ਨੇੜੇ ਹੋ ਸਕਦਾ, ਦੂਜਾ ਨਹੀਂ ਹੋ ਸਕਦਾ। ਰੱਬ ਦੇ ਬੰਦਿਆਂ ਨੇ ਦੁਨੀਆ ਦੀ ਵੱਖ-ਵੱਖ ਸ਼੍ਰੇਣੀ ਵਿੱਚ ਪੈਦਾ ਹੋ ਕੇ ਇਸ ਦਾਅਵੇ ਦਾ ਖੰਡਨ ਕਰ ਦਿੱਤਾ ਵੀ ਜੁੱਤੀਆਂ ਗੰਢਣ ਵਾਲਿਆਂ ਦੇ ਪਰਿਵਾਰ ਵਿੱਚ ਪੈਦਾ ਹੋਣ ਵਾਲਾ ਵੀ ਭਗਤ ਹੋ ਸਕਦਾ, ਖੱਡੀ ਚਲਾਉਣ ਵਾਲਾ ਵੀ ਭਗਤ ਹੋ ਸਕਦਾ ਹੈ, ਕਿਆਰੇ ਮੋੜਨ ਵਾਲਾ ਵੀ ਭਗਤ ਹੋ ਸਕਦਾ ਹੈ, ਮੱਝਾਂ ਚਾਰਨ ਵਾਲਾ ਵੀ ਭਗਤ ਹੋ ਸਕਦਾ ਹੈ। ਕਿਉਂ ਨਹੀਂ ਹੋ ਸਕਦਾ? ਤੇ ਧਰਮ ਪੁਸਤਕ ਖੋਲ ਕੇ ਵੇਦ ਪਾਠ ਕਰਨ ਵਾਲਾ, ਗੰਗਾ ਦੇ ਕੰਢੇ ਤੇ ਬਹਿਣ ਵਾਲੇ ਨੂੰ ਪਤਾ ਹੀ ਕੱਖ ਨਾ ਲੱਗਿਆ, ਖੱਡੀ ਚਲਾਉਣ ਵਾਲਾ ਅਕਾਲ ਪੁਰਖ ਦੇ ਨੇੜੇ ਹੋ ਗਿਆ। ਦਾਅਵੇ ਕਰਨ ਵਾਲੇ ਵੀ ਅਸੀਂ ਰੱਬ ਤੱਕ, ਭਗਵਾਨ ਤੱਕ ਸਾਡੇ ਰਾਹੀਂ ਜਾਇਆ ਜਾ ਸਕਦਾ ਹੈ, ਉਹਨਾਂ ਦੇ ਪੱਲੇ ਹੀ ਕੱਖ ਨਾ ਪਿਆ, ਉਹ ਖਾਲੀ ਭਾਂਡੇ ਰਹਿ ਗਏ। ਤੋ ਗਰੀਬ ਨਵਾਜ਼ ਇੱਥੇ ਫਰਮਾਉਂਦੇ ਨੇ, ਕੋ ਕਬੀਰ ਜਾ ਕੇ ਮਸਤਕ ਭਾਗ, ਹੇ ਕਬੀਰ ਆਖ ਜਿਨ੍ਹਾਂ ਦੇ ਮੱਥੇ ਦੇ ਭਾਗ ਉਜਲੇ ਹਨ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਬਖਸ਼ਿਸ਼ ਤੇ ਰਹਿਮਤ ਹੈ, ਉਹਦੀ ਕਿਰਪਾ ਹੈ। ਸਭ ਪਰਹਰ ਤਾਕੋ ਮਿਲੇ ਸੁਹਾਗ। ਸੁਹਾਗ ਤੋਂ ਭਾਵ ਵਾਹਿਗੁਰੂ, ਪੀਰ, ਖਸਮ, ਮਾਲਕ, ਸਭ ਕੁਝ ਛੱਡ ਛਡਾ ਕੇ, ਨਾ ਉਹਨਾਂ ਦੀ ਜਾਤੀ ਵੇਖੀ, ਨਾ ਗੋਤ ਵੇਖੀ, ਨਾ ਕੰਮਾਂ ਦੀ ਗਿਣਤੀ ਕੀਤੀ। ਜਦੋਂ ਬਾਣੀ ਨੇ ਕਹਿੰਦਾ ਘਾਲ ਨਾ ਮਿਲਿਓ, ਸੇਵ ਨਾ ਮਿਲਿਓ। ਕਈ ਵਾਰ ਬੰਦਾ ਫਿਜ਼ੀਕਲੀ ਬੜੇ ਯਤਨ ਕਰ ਲੈਂਦਾ, ਅੰਦਰ ਦੀ ਗੰਢ ਨਹੀਂ ਖੁੱਲਦੀ। ਮੇਰੇ ਵਰਗਾ ਦੁਨੀਆ ਨੂੰ ਦੱਸਦਾ ਹੀ ਰਹਿ ਜਾਂਦਾ ਵੀ ਮੈਂ 15 ਬਾਣੀਆਂ ਪੜ੍ਹਦਾ, ਮੈਂ ਇੰਨੇ ਵਜੇ ਉੱਠਦਾ। ਉਹਦਾ ਕੰਮ, ਉਹ ਐਡਵਰਟਾਈਜ਼ਮੈਂਟ ਵਿੱਚ ਹੀ ਸਾਰਾ ਕੁਝ ਗਵਾ ਬੈਂਦਾ ਤੇ ਚੁੱਪ ਰਹਿਣ ਵਾਲਾ ਨੇੜੇ ਹੋ ਜਾਂਦਾ। ਉਹ ਕਹਿੰਦਾ ਮੈਨੂੰ ਤਾਂ ਇੰਨਾ ਹੀ ਆਉਂਦਾ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਣਪੜ੍ਹਿਆ ਪਰਮ ਗਤ ਪਾਵੈ। ਇਹਦਾ ਮਤਲਬ ਇਹ ਬਿਲਕੁਲ ਨਾ ਕੱਢਣਾ ਵੀ ਬਾਣੀ ਪੜ੍ਹਨ ਦੀ ਲੋੜ ਨਹੀਂ। ਬਾਣੀ ਤੇ ਹਜ਼ੂਰ ਦੀ ਆਤਮਾ ਦੀ ਆਵਾਜ਼ ਹੈ, ਇਹਨੂੰ ਸੁਣਨਾ ਤੇ ਇਹਨੂੰ ਪੜ੍ਹਨਾ ਲਾਜ਼ਮ। ਪਰ ਮੈਂ ਜਿਹੜਾ ਨੁਕਤਾ ਸਾਂਝਾ ਕਰ ਰਿਹਾ ਉਹ ਇਹ ਹੈ ਵੀ ਦਾਵਾ ਨਹੀਂ। ਜੇ ਕਰਮ ਕਰਦਿਆਂ ਹੋਇਆਂ ਵੀ ਹਿਰਦਾ ਪ੍ਰੇਮ ਤੋਂ ਸਖਣਾ ਰਿਹਾ, ਸਮਰਪਣ ਭਾਵ ਤੋਂ ਸਖਣਾ ਰਿਹਾ, ਤੇ ਕਰਮ ਵੀ ਤੁਹਾਨੂੰ ਕਿਤੇ ਨਹੀਂ ਪਹੁੰਚਾ ਸਕਦਾ, ਉਹ ਦੌੜ ਵੀ ਕਿਤੇ ਨਹੀਂ ਲਿਜਾ ਸਕਦੇ। ਉਸ ਨੂੰ ਕਹੇ ਸਭ ਪਰਹਰ, ਸਾਰੇ ਦਾਅਵੇ ਪਾਸੇ ਰੱਖ ਕੇ ਤਾਕੋ ਮਿਲੇ ਸੁਹਾਗ। ਉਸ ਨੂੰ ਉਹਦਾ ਖਸਮ ਵਾਹਿਗੁਰੂ ਉਹਦੇ ਹਿਰਦੇ ਵਿੱਚੋਂ ਹੀ ਪ੍ਰਕਾਸ਼ਮਾਨ ਹੋ ਕੇ ਮਿਲ ਪੈਂਦਾ ਹੈ। ਸਾਹਿਬ ਕਿਰਪਾ ਕਰਨ, ਸ਼ਬਦ ਦਾ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦਿਆਂ ਵਿੱਚ ਵਸੇ। ਗਰੀਬ ਨਵਾਜ਼ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।